ਸਵਾਗਤ ਹੈ ਤੁਹਾਡਾ ਰੂਪ ਪੰਜਾਬੀ ਕਹਾਣੀਆਂ ਚੈਨਲ 'ਤੇ। ਅੱਜ ਦੀ ਕਹਾਣੀ ਹੈ ਪਤੀ ਹੈ ਕੋਈ ਏਟੀਐਮ ਕਾਰਡ ਨਹੀਂ, ਜਦੋਂ ਜੀ ਕੀਤਾ ਕੈਸ਼ ਕਰ ਲਿਆ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਪਰਨੀਤ ਆਪਣੀ ਮੰਮੀ ਚਰਨ ਕੌਰ ਨੂੰ ਲੈ ਕੇ ਹਜੇ ਘਰ ਆਇਆ ਹੀ ਸੀ ਕਿ ਦੇਖਿਆ ਕਿ ਨਵਨੀਤ ਆਪਣਾ ਬੈਗ ਲੈ ਕੇ ਕਿਤੇ ਜਾਣ ਦੀ ਤਿਆਰੀ ਕਰ ਰਹੀ ਸੀ। ਉਸ ਨੂੰ ਦੇਖਦੇ ਹੀ ਉਹ ਬੋਲਿਆ, "ਤੂੰ ਕਿੱਥੇ ਜਾ ਰਹੀ ਹੈ?" "ਹਾਂ, ਅੱਜ ਮੇਰੀ ਸਹੇਲੀ ਕਿਰਨ ਦੇ ਘਰ ਕਿੱਟੀ ਪਾਰਟੀ ਹੈ ਤੇ ਮੈਂ ਉੱਥੇ ਹੀ ਜਾ ਰਹੀ ਹਾਂ। ਪਾਰਟੀ ਤੋਂ ਬਾਅਦ ਉੱਥੋਂ ਅਸੀਂ ਸਾਰੇ ਮੂਵੀ ਦੇਖਣ ਜਾਵਾਂਗੇ ਤੇ ਸ਼ਾਪਿੰਗ ਵੀ ਕਰਾਂਗੇ। ਬੜੇ ਦਿਨ ਹੋ ਗਏ ਘਰ ਤੋਂ ਬਾਹਰ ਕਿਤੇ ਗਏ ਨਹੀਂ। ਪਰ ਤੂੰ ਐਵੇਂ ਕਿਵੇਂ ਜਾ ਸਕਦੀ ਹੈ? ਮੰਮੀ ਦੀ ਸਿਹਤ ਤੇ ਠੀਕ ਨਹੀਂ ਹੈ।" "ਤਾਂ ਕੀ ਹੋਇਆ ਪਰਨੀਤ, ਤੁਸੀਂ ਅਜੇ ਘਰ ਵਿੱਚ ਹੀ ਹੋ, ਤੁਸੀਂ ਮੰਮੀ ਦਾ ਖਿਆਲ ਰੱਖ ਲੈਣਾ। ਤੇ ਹਾਂ, ਪਲੀਜ਼ ਮੈਨੂੰ 5,000 ਰੁਪਈਆ ਦੇ ਦਿਓ।" "5,000? ਪਰ ਕਿਸ ਵਾਸਤੇ? ਅਜੇ 4 ਦਿਨ ਪਹਿਲਾਂ ਹੀ ਤਾਂ ਤੈਨੂੰ ਮੈਂ 7,000 ਦਿੱਤੇ ਸੀ।" ਪਰਨੀਤ ਨੇ ਹੈਰਾਨੀ ਨਾਲ ਪੁੱਛਿਆ। "ਓਹੋ ਯਾਰ, ਥੋੜ੍ਹੇ ਬਹੁਤ ਪੈਸੇ ਵੀ ਖਰਚ ਨਹੀਂ ਕਰ ਸਕਦੀ ਮੈਂ? ਕਿ ਹਰ ਇੱਕ ਚੀਜ਼ ਦਾ ਹਿਸਾਬ ਦੇਣਾ ਜ਼ਰੂਰੀ ਥੋੜ੍ਹੀ ਹੈ?" "ਪਰ ਨਵਨੀਤ, ਉਂਝ ਵੀ ਖਰਚੇ ਬਹੁਤ ਜ਼ਿਆਦਾ ਹੋ ਰਹੇ ਨੇ, ਸੇਵਿੰਗ ਤਾਂ ਹੈ ਹੀ ਨਹੀਂ। ਜੋ ਥੋੜ੍ਹੇ ਬਹੁਤ ਪੈਸੇ ਬਚੇ ਸੀ ਉਹ ਮੰਮੀ ਦੇ ਇਲਾਜ 'ਤੇ ਖਰਚ ਹੋ ਗਏ। ਥੋੜ੍ਹਾ ਸੋਚ ਸਮਝ ਕੇ ਖਰਚ ਕਰਿਆ ਕਰ। ਕਿੱਥੋਂ ਲਿਆਵਾਂ ਮੈਂ ਇੰਨੇ ਪੈਸੇ? ਆਪਣੀ ਮਾਂ 'ਤੇ ਖਰਚ ਕਰਨ ਲਈ ਪੈਸੇ ਹੁੰਦੇ ਨੇ, ਸਿਰਫ ਪਤਨੀਆਂ ਲਈ ਨਹੀਂ। ਕੋਈ ਜ਼ਿੰਦਗੀ ਹੈ ਹੀ ਨਹੀਂ ਮੇਰੀ। ਮੁਫਤ ਦੀ ਨੌਕਰਾਣੀ ਜੋ ਮਿਲ ਗਈ ਹੈ ਤੁਹਾਨੂੰ, ਤੁਹਾਡੇ ਘਰ ਨੂੰ ਸੰਭਾਲੇ, ਤੁਹਾਡੀ ਮੰਮੀ ਨੂੰ ਸੰਭਾਲੇ ਤੇ 1 ਰੁਪਈਆ ਖਰਚ ਨਾ ਕਰੇ।" ਕਹਿੰਦੀ ਹੋਈ ਨਵਨੀਤ ਆਪਣਾ ਬੈਗ ਉੱਥੇ ਹੀ ਸੋਫੇ 'ਤੇ ਜ਼ੋਰ ਨਾਲ ਸੁੱਟ ਕੇ ਅੰਦਰ ਚਲੀ ਗਈ। ਇੱਧਰ ਪਰਨੀਤ ਆਪਣਾ ਸਿਰ ਫੜ ਕੇ ਸੋਫੇ 'ਤੇ ਬੈਠ ਗਿਆ। ਉਹਨਾਂ ਦੋਨਾਂ ਦੀ ਬਹਿਸ ਸੁਣ ਕੇ ਚਰਨ ਕੌਰ ਉਦਾਸ ਹੋ ਗਈ ਅਤੇ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਉਹ ਹੋਰ ਵੀ ਕੀ ਕਰ ਸਕਦੀ ਸੀ? ਜਦੋਂ ਦਾ ਉਸਦਾ ਪਤੀ ਗਿਆ ਹੈ ਉਦੋਂ ਤੋਂ ਘਰ ਦੀ ਸਥਿਤੀ ਖਰਾਬ ਹੋ ਗਈ ਹੈ। ਬਿਜ਼ਨਸ ਵੀ ਪਹਿਲਾਂ ਵਰਗਾ ਨਹੀਂ ਚੱਲ ਰਿਹਾ। ਪਰਨੀਤ ਸਾਰਾ ਕੁਝ ਸੰਭਾਲਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ, ਪਰ ਉਹ ਇਕੱਲਾ ਵਿਚਾਰਾ ਕੀ ਕਰੇ? ਜੇਕਰ ਨਵਨੀਤ ਦਾ ਸਾਥ ਨਾ ਮਿਲੇ, ਉਹ ਤਾਂ ਥੋੜ੍ਹੀ ਜਿਹੀ ਗੱਲ 'ਤੇ ਰੁੱਸ ਕੇ ਬੈਠ ਜਾਂਦੀ ਹੈ। ਉਸ ਨੂੰ ਆਪਣੇ ਖਰਚਿਆਂ ਵਿੱਚ ਕਮੀ ਰਾਸ ਨਹੀਂ ਆ ਰਹੀ। ਇੱਕ ਚਰਨ ਕੌਰ ਦੀ ਬਿਮਾਰੀ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਵਿਚਾਰਾ ਪਰਨੀਤ ਕਦੀ ਮਾਂ ਨੂੰ ਲੈ ਕੇ ਹਸਪਤਾਲ ਭੱਜਦਾ ਹੈ ਤੇ ਕਦੀ ਬਿਜ਼ਨਸ ਮੀਟਿੰਗ ਵਿੱਚ। ਨਵਨੀਤ ਕੋਈ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ। ਖੈਰ, ਘਰ ਵਿੱਚ ਬਿਲਕੁਲ ਸ਼ਾਂਤੀ ਫੈਲੀ ਹੋਈ ਸੀ। ਅੱਧੇ ਘੰਟੇ ਬਾਅਦ ਅਚਾਨਕ ਦਰਵਾਜ਼ੇ ਦੀ ਬੈਲ ਵੱਜੀ। ਪਰਨੀਤ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਇੱਕ ਪਲ ਵਾਸਤੇ ਤਾਂ ਉਹ ਹੈਰਾਨ ਹੀ ਰਹਿ ਗਿਆ। ਸਾਹਮਣੇ ਨਵਨੀਤ ਦੀ ਮੰਮੀ ਤੇ ਉਸਦਾ ਭਰਾ ਖੜ੍ਹੇ ਸੀ। ਉਸ ਨੂੰ ਸਮਝ ਤਾਂ ਆ ਗਿਆ ਸੀ ਕਿ ਨਵਨੀਤ ਨੇ ਹੀ ਫੋਨ ਕਰਕੇ ਬੁਲਾਇਆ ਹੈ। ਮੰਮੀ ਨੇ ਦਰਵਾਜ਼ੇ ਤੋਂ ਹੀ ਪੁੱਛਿਆ, "ਕੀ ਗੱਲ ਹੈ ਪਰਨੀਤ?" ਨਵਨੀਤ ਫੋਨ 'ਤੇ ਬਹੁਤ ਰੋ ਰਹੀ ਸੀ। "ਇਹੋ ਜਿਹਾ ਕੀ ਹੋ ਗਿਆ?" ਇਸ ਤੋਂ ਪਹਿਲਾਂ ਕਿ ਪਰਨੀਤ ਕੁਝ ਕਹਿੰਦਾ, ਭਰਾ ਨੇ ਕਿਹਾ, "ਮੇਰੀ ਭੈਣ ਤੁਹਾਡੇ ਘਰ ਵਿੱਚ ਬਿਲਕੁਲ ਖੁਸ਼ ਨਹੀਂ ਹੈ। ਉਸ ਨੂੰ ਆਪਣੀਆਂ ਛੋਟੀਆਂ-ਮੋਟੀਆਂ ਇੱਛਾਵਾਂ ਨੂੰ ਮਾਰਨਾ ਪੈ ਰਿਹਾ ਹੈ। ਕਿਹੋ ਜਿਹਾ ਖਿਆਲ ਰੱਖਦੇ ਹੋ ਤੁਸੀਂ ਉਸ ਦਾ?" ਪਰਨੀਤ ਨੇ ਆਪਣੇ ਆਪ ਨੂੰ ਸ਼ਾਂਤ ਰੱਖਦੇ ਹੋਏ ਕਿਹਾ, "ਪਹਿਲਾਂ ਤੁਸੀਂ ਅੰਦਰ ਤਾਂ ਆਓ, ਫਿਰ ਗੱਲ ਕਰਦੇ ਹਾਂ।" ਜਿਵੇਂ ਹੀ ਉਹ ਅੰਦਰ ਆਏ, ਨਵਨੀਤ ਆਪਣਾ ਬੈਗ ਲੈ ਕੇ ਕਮਰੇ ਤੋਂ ਬਾਹਰ ਆ ਗਈ ਅਤੇ ਆਉਂਦੇ ਹੀ ਬੋਲੀ, "ਚਲੋ ਮੰਮੀ, ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਤੇ ਮੈਂ ਕੋਈ ਬਹਿਸ ਵੀ ਨਹੀਂ ਕਰਨੀ। ਬਸ ਮੈਨੂੰ ਇਸ ਘਰ ਵਿੱਚ ਹੁਣ ਹੋਰ ਨਹੀਂ ਰਹਿਣਾ।" "ਨਵਨੀਤ, ਮੇਰੀ ਗੱਲ ਤਾਂ ਸੁਣ।" ਪਰਨੀਤ ਨੇ ਨਵਨੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, "ਪਰ ਨਵਨੀਤ, ਤੁਸੀਂ ਤਾਂ ਰਹਿਣ ਹੀ ਦਿਓ। ਜੇਕਰ ਤੁਸੀਂ ਗੱਲ ਸੰਭਾਲ ਲੈਂਦੇ ਤਾਂ ਮੇਰੀ ਬੇਟੀ ਦਾ ਰੋ ਰੋ ਕੇ ਬੁਰਾ ਹਾਲ ਨਾ ਹੁੰਦਾ।" "ਓਹੋ ਭੈਣ ਜੀ, ਤੁਸੀਂ ਇੱਥੇ ਅਚਾਨਕ?" ਹੈਰਾਨ ਪਰੇਸ਼ਾਨ ਹੁੰਦੀ ਚਰਨ ਕੌਰ ਵੀ ਰੌਲਾ ਸੁਣ ਕੇ ਕਮਰੇ ਤੋਂ ਬਾਹਰ ਨਿਕਲ ਕੇ ਆ ਗਈ ਤੇ ਆਉਂਦੇ ਹੀ ਨਵਨੀਤ ਦੀ ਮਾਂ ਨੂੰ ਪੁੱਛਿਆ, "ਹਾਂ, ਮੈਨੂੰ ਤਾਂ ਆਉਣਾ ਹੀ ਸੀ। ਧੀ ਦੀ ਮਾਂ ਜੋ ਹਾਂ। ਧੀ ਦਿੱਤੀ ਆ, ਕੋਈ ਨੌਕਰਾਣੀ ਨਹੀਂ ਜੋ ਸਾਰਾ ਦਿਨ ਤੁਹਾਡੇ ਘਰ ਨੂੰ ਸੰਭਾਲੇ ਅਤੇ ਉੱਥੋਂ ਥੋੜ੍ਹੇ ਜਿਹੇ ਪੈਸੇ ਖਰਚਣ ਦੀ ਵੀ ਮੁਹਤਾਜ ਹੋ ਜਾਵੇ।" "ਹਾਂ, ਮੈਂ ਸਮਝ ਤੇ ਰਹੀ ਹਾਂ ਭੈਣ ਜੀ, ਪਰ ਤੁਸੀਂ ਮੇਰੀ ਗੱਲ ਤਾਂ ਸੁਣੋ।" ਚਰਨ ਕੌਰ ਆਪਣੀ ਕੁੜਮਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ ਅਤੇ ਉਹ ਸੀ ਕਿ ਸਮਝਣ ਨੂੰ ਤਿਆਰ ਹੀ ਨਹੀਂ ਸੀ। ਜਦੋਂ ਉਹ ਆਪਣੇ ਘਰ ਦਾ ਕੰਮ ਕਰ ਰਹੀ ਹੈ, ਆਪਣੀ ਸਾਰੀਆਂ ਜ਼ਿੰਮੇਦਾਰੀਆਂ ਨਿਭਾ ਰਹੀ ਹੈ, ਤੁਹਾਡੇ ਘਰ ਦੀ ਨੂੰਹ ਹੈ ਤਾਂ ਹੀ ਸਭ ਕੁਝ ਕਰ ਰਹੀ ਹੈ।
ਉਹ ਆਪਣੀਆਂ ਖਵਾਇਸ਼ਾਂ ਪੂਰੀਆਂ ਕਰਨ ਲਈ ਕਿੱਥੇ ਜਾਏਗੀ? ਉਸ ਦੀਆਂ ਇੱਛਾਵਾਂ ਦਾ ਮਾਣ ਤਾਂ ਤੁਹਾਨੂੰ ਹੀ ਰੱਖਣਾ ਪਵੇਗਾ ਨਾ। ਉਹਨਾਂ ਦੀ ਗੱਲ ਸੁਣ ਕੇ ਚਰਨ ਕੌਰ ਬੋਲੀ, ਦੇਖੋ ਭੈਣ ਜੀ, ਜਦੋਂ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ, ਅਸੀਂ ਕਦੇ ਵੀ ਨਵਨੀਤ ਨੂੰ ਪੈਸੇ ਦੇਣ ਤੋਂ ਨਾ ਨਹੀਂ ਕੀਤੀ। ਪਰ ਕੁਝ ਟਾਈਮ ਤੋਂ ਬਿਜ਼ਨਸ ਠੀਕ ਨਹੀਂ ਚੱਲ ਰਿਹਾ, ਉੱਤੋਂ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਤੇ ਮੇਰੇ ਇਲਾਜ 'ਤੇ ਬਹੁਤ ਪੈਸਾ ਖਰਚ ਹੋ ਰਿਹਾ ਹੈ। ਤਾਂ ਘਰ ਦੀ ਨੂੰਹ ਹੋਣ ਦੇ ਨਾਤੇ ਨਵਨੀਤ ਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ ਹੈ। ਟਾਈਮ ਥੋੜ੍ਹਾ ਬਹੁਤ ਉੱਪਰ ਥੱਲੇ ਚੱਲਦਾ ਰਹਿੰਦਾ ਹੈ, ਕਦੀ ਘੱਟ ਤੇ ਕਦੀ ਵੱਧ ਹੋ ਜਾਂਦਾ ਹੈ। ਹਾਂ, ਪਰ ਇਹ ਘੱਟ ਵੱਧ ਸਿਰਫ ਮੇਰੀ ਧੀ ਲਈ ਹੀ ਹੁੰਦਾ ਹੈ। ਕੀ ਤੁਹਾਡੀਆਂ ਦਵਾਈਆਂ ਵਿੱਚ ਕੋਈ ਕਮੀ ਆ ਰਹੀ ਹੈ? ਤੁਹਾਡੇ ਖਾਣ ਪੀਣ ਵਿੱਚ ਕੋਈ ਕਮੀ ਆ ਰਹੀ ਹੈ? ਬਸ ਕਮੀ ਤਾਂ ਮੇਰੀ ਧੀ ਦੇ ਲਈ ਹੀ ਹੈ। ਉਸ ਦੀਆਂ ਇੱਛਾਵਾਂ ਪੂਰੀਆਂ ਕਰ ਸਕੋ ਤਾਂ ਲੈਣ ਆਉਣਾ, ਨਹੀਂ ਤਾਂ ਮੈਂ ਇਸ ਨੂੰ ਲੈ ਕੇ ਜਾ ਰਹੀ ਹਾਂ। ਪਰਨੀਤ ਨੇ ਜਦੋਂ ਦੇਖਿਆ ਕਿ ਉਸ ਦੀ ਸੱਸ ਕੁਝ ਸਮਝਣ ਨੂੰ ਤਿਆਰ ਹੀ ਨਹੀਂ, ਤਾਂ ਉਸਨੇ ਆਪਣੀ ਮਾਂ ਚਰਨ ਕੌਰ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ। ਨਵਨੀਤ ਆਪਣੀ ਮੰਮੀ ਅਤੇ ਭਰਾ ਦੇ ਨਾਲ ਉੱਥੋਂ ਚਲੀ ਗਈ। ਪਰਨੀਤ ਨੇ ਵੀ ਨਵਨੀਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪਰਨੀਤ, ਤੂੰ ਉਸ ਨੂੰ ਰੋਕਿਆ ਕਿਉਂ ਨਹੀਂ? ਪੁੱਤਰ, ਛੋਟੀ ਛੋਟੀ ਗੱਲਾਂ ਨੂੰ ਰਬੜ ਦੀ ਤਰ੍ਹਾਂ ਨਹੀਂ ਵਧਾਉਣਾ ਚਾਹੀਦਾ। ਨਹੀਂ ਮੰਮੀ, ਇਹ ਗੱਲ ਤੁਹਾਡੀ ਨੂੰਹ ਨੂੰ ਸਮਝਣੀ ਚਾਹੀਦੀ ਸੀ ਕਿ ਮੈਂ ਉਸ ਦਾ ਘਰ ਵਾਲਾ ਹਾਂ, ਕੋਈ ATM ਕਾਰਡ ਨਹੀਂ। ਪੁੱਤਰ, ਤੇਰਾ ਘਰ ਖਰਾਬ ਹੋ ਜਾਏਗਾ। ਕੁਛ ਨਹੀਂ ਹੋਇਆ, ਤੁਸੀਂ ਫਿਕਰ ਨਾ ਕਰੋ। ਜਿਸ ਤਰ੍ਹਾਂ ਉਸ ਨੂੰ ਇੱਥੇ ਰਹਿਣ ਦੀ ਆਦਤ ਹੋ ਚੁੱਕੀ ਹੈ, ਉਹੋ ਜਿਹਾ ਐਸ਼ੋ ਆਰਾਮ ਉਸ ਨੂੰ ਉਸ ਦੇ ਪੇਕੇ ਨਹੀਂ ਮਿਲੇਗਾ। ਪਰਨੀਤ ਜਾਣਦਾ ਸੀ ਕਿ ਨਵਨੀਤ ਦੀਆਂ ਜਿੰਨੀਆਂ ਇੱਛਾਵਾਂ ਉਸ ਦੇ ਸਹੁਰੇ ਘਰ ਵਿੱਚ ਪੂਰੀਆਂ ਹੋ ਰਹੀਆਂ ਸੀ, ਉਨੀਆਂ ਇੱਛਾਵਾਂ ਉਸ ਦੇ ਪੇਕੇ ਕਦੇ ਵੀ ਨਹੀਂ ਪੂਰੀਆਂ ਕਰ ਸਕਦੇ। ਉਸ ਦੇ ਪਿਤਾ ਅਕਸਰ ਬਿਮਾਰ ਰਹਿੰਦੇ ਹਨ, ਇਸ ਲਈ ਉਹਨਾਂ ਦੀ ਅੱਧੀ ਤਨਖਾਹ ਤਾਂ ਉਹਨਾਂ ਦੇ ਇਲਾਜ ਵਿੱਚ ਹੀ ਚਲੀ ਜਾਂਦੀ ਹੈ। ਭਰਾ ਤੇ ਭਰਜਾਈ ਦੀ ਇੰਨੀ ਆਮਦਨ ਨਹੀਂ ਹੈ ਜਿੰਨੀ ਨਵਨੀਤ ਆਏ ਦਿਨ ਇੱਥੇ ਪੈਸੇ ਮੰਗਦੀ ਰਹਿੰਦੀ ਹੈ। ਨਵਨੀਤ ਇੱਕ ਮਿਡਲ ਕਲਾਸ ਪਰਿਵਾਰ ਦੀ ਬੇਟੀ ਸੀ, ਜਿਸ ਨੂੰ ਪਰਨੀਤ ਦੇ ਪਿਤਾ ਨੇ ਪਰਨੀਤ ਲਈ ਪਸੰਦ ਕੀਤਾ ਸੀ। ਪਰ ਸਹੁਰੇ ਘਰ ਇੰਨਾ ਪੈਸਾ ਦੇਖ ਕੇ ਨਵਨੀਤ ਦਾ ਦਿਮਾਗ ਘੁੰਮ ਗਿਆ ਸੀ। ਆਏ ਦਿਨ ਸ਼ੋਪਿੰਗ ਕਰਨਾ, ਕਿੱਟੀ ਪਾਰਟੀ ਜਾਣਾ ਉਸ ਲਈ ਮਾਮੂਲੀ ਜਿਹੀ ਗੱਲ ਸੀ। ਨਵਨੀਤ ਜਦੋਂ ਆਪਣੇ ਪੇਕੇ ਘਰ ਆ ਗਈ ਤਾਂ ਉਸ ਨੂੰ ਉੱਥੇ ਦੇਖ ਕੇ ਉਸ ਦੀ ਭਾਬੀ ਵੀ ਹੈਰਾਨ ਰਹਿ ਗਈ। ਉਸ ਦੇ ਪਿਤਾ ਨੇ ਵੀ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਦੀ ਮੰਮੀ ਨੇ ਉਸ ਨੂੰ ਚੁੱਪ ਕਰਵਾ ਦਿੱਤਾ। ਉਸ ਦਿਨ ਤਾਂ ਨਵਨੀਤ ਨੇ ਸਾਰਾ ਦਿਨ ਕਮਰੇ ਵਿੱਚ ਆਰਾਮ ਕੀਤਾ। ਰਾਤ ਨੂੰ ਖਾਣੇ ਵਿੱਚ ਦਾਲ ਰੋਟੀ ਤੇ ਭਿੰਡੀ ਦੀ ਸਬਜ਼ੀ ਦੇਖ ਕੇ ਉਸ ਦਾ ਮੂਡ ਹੀ ਖਰਾਬ ਹੋ ਗਿਆ। ਉਸ ਦਾ ਮੂੰਹ ਹੀ ਬਣ ਗਿਆ, ਇਹ ਕੀ ਬਣਾ ਦਿੱਤਾ ਮੰਮੀ? ਮੇਰਾ ਤਾਂ ਪੇਟ ਹੀ ਨਹੀਂ ਭਰੇਗਾ, ਮੈਂ ਤਾਂ ਪੀਜ਼ਾ ਆਰਡਰ ਕਰ ਰਹੀ ਹਾਂ। ਉਸ ਦੀ ਭਾਬੀ ਨੇ ਉਸ ਦੀ ਮੰਮੀ ਵੱਲ ਦੇਖਿਆ ਤਾਂ ਕਿਹਾ, ਉਸ ਦਾ ਮੂਡ ਖਰਾਬ ਹੈ, ਪੀਜ਼ਾ ਖਾਣਾ ਚਾਹੁੰਦੀ ਹੈ ਤਾਂ ਖਾਣ ਦਿਓ। ਨਵਨੀਤ ਦਾ ਮੂਡ ਹੁੰਦਾ ਤਾਂ ਕੰਮ ਕਰਦੀ, ਨਹੀਂ ਤਾਂ ਸਾਰਾ ਦਿਨ ਪਈ ਰਹਿੰਦੀ। ਮੂਡ ਕੀਤਾ ਤਾਂ ਘਰ ਦਾ ਖਾਣਾ ਖਾ ਲਿਆ, ਨਹੀਂ ਤਾਂ ਬਾਹਰੋਂ ਮੰਗਵਾ ਲੈਂਦੀ ਹੈ। ਬੈਠੇ ਬੈਠੇ ਆਪਣੀ ਭਾਬੀ ਨੂੰ ਆਰਡਰ ਦਿੰਦੀ ਰਹਿੰਦੀ। ਭਾਬੀ ਵੀ ਮਨ ਹੀ ਮਨ ਉਸ ਨੂੰ ਕੋਸਦੀ ਰਹਿੰਦੀ ਕਿ ਆਫਿਸ ਅਤੇ ਘਰ ਦੇ ਕੰਮ ਕੀ ਘੱਟ ਸੀ ਜੋ ਨਣਦ ਵੀ ਘਰ ਆ ਕੇ ਬੈਠ ਗਈ, ਉੱਪਰੋਂ ਨਿੱਤ ਦੇ ਖਰਚੇ ਕਰਦੀ ਰਹਿੰਦੀ ਹੈ। ਐਵੇਂ ਕਰਦੇ ਕਰਦੇ 10 ਦਿਨ ਹੋ ਗਏ। ਆਖਿਰ ਮਿਡਲ ਕਲਾਸ ਪਰਿਵਾਰ ਦੀ ਵੀ ਕੋਈ ਸੀਮਾ ਹੁੰਦੀ ਹੈ। ਅੱਜ ਐਤਵਾਰ ਦਾ ਦਿਨ ਸੀ ਤਾਂ ਸਾਰੇ ਸਵੇਰ ਦੀ ਚਾਹ ਪੀ ਰਹੇ ਸੀ। ਇੰਨੇ ਵਿੱਚ ਨਵਨੀਤ ਵੀ ਉੱਠ ਕੇ ਆ ਗਈ ਤੇ ਬੋਲੀ, ਮੰਮੀ, ਮੈਨੂੰ ਪਾਰਲਰ ਜਾਣਾ ਹੈ, ਥੋੜ੍ਹਾ ਮਾਈਂਡ ਫਰੈਸ਼ ਹੋ ਜਾਏਗਾ, ਪਲੀਜ਼ 3000 ਰੁਪਇਆ ਦੇ ਦਿਓ। ਉਸ ਦੀ ਗੱਲ ਸੁਣਦੇ ਹੀ ਉਸ ਦੀ ਭਾਬੀ ਨੇ ਹੈਰਾਨੀ ਨਾਲ ਉਸ ਵੱਲ ਦੇਖਦੇ ਹੋਏ ਕਿਹਾ, 3000? ਉਹ ਵੀ ਪਾਰਲਰ ਵਾਸਤੇ? ਨਣਦ ਜੀ, ਇਹੋ ਜਿਹਾ ਕਿਹੜਾ ਪੈਸਾ ਇੱਥੇ ਰੱਖ ਕੇ ਗਏ ਹੋ ਜੋ ਜਦੋਂ ਮਨ ਕੀਤਾ ਮੰਗ ਲਿਆ ਤੇ ਅਸੀਂ ਕੱਢ ਕੇ ਦੇ ਦਿੱਤਾ? ਭਾਬੀ ਜੀ, ਤਮੀਜ਼ ਨਾਲ ਗੱਲ ਕਰੋ, ਮੈਂ ਤੁਹਾਡੇ ਤੋਂ ਪੈਸੇ ਨਹੀਂ ਮੰਗ ਰਹੀ, ਮੈਂ ਆਪਣੀ ਮੰਮੀ ਤੋਂ ਮੰਗ ਰਹੀ ਹਾਂ। ਨਵਨੀਤ ਥੋੜ੍ਹੀ ਗੁੱਸੇ ਨਾਲ ਬੋਲੀ, ਅੱਛਾ, ਪਰ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਮੰਮੀ ਵੀ ਇਸੇ ਘਰ ਵਿੱਚ ਰਹਿੰਦੀ ਹੈ ਤੇ ਸ਼ਾਇਦ ਤੁਸੀਂ ਆਪਣੇ ਸਹੁਰੇ ਘਰ ਜਾ ਕੇ ਭੁੱਲ ਗਏ ਹੋ ਕਿ ਤੁਹਾਡਾ ਪੇਕਾ ਘਰ ਮਿਡਲ ਕਲਾਸ ਹੈ, ਜਿੱਥੇ ਖਰਚੇ ਇੱਛਾਵਾਂ 'ਤੇ ਭਾਰੀ ਹੋ ਜਾਂਦੇ ਹਨ। ਤੇ ਹਾਂ, ਉਂਝ ਵੀ ਤੁਹਾਨੂੰ ਦੱਸ ਦੇਵਾਂ ਕਿ ਇਸ ਘਰ ਦਾ ਖਰਚਾ ਕਿਵੇਂ ਚੱਲਦਾ ਹੈ। ਅਸੀਂ ਦੋਵੇਂ ਪਤੀ ਪਤਨੀ ਜਾਣਦੇ ਹਾਂ। ਭਾਬੀ, ਬਸ ਤੁਸੀਂ ਤਾਂ ਬੋਲੇ ਹੀ ਜਾ ਰਹੇ ਹੋ। ਇਹ ਨਾ ਭੁੱਲੋ ਕਿ ਇਹ ਮੇਰਾ ਪੇਕਾ ਘਰ ਹੈ।
ਨਵਨੀਤ ਨੇ ਆਪਣੀ ਆਵਾਜ਼ ਨੂੰ ਹੋਰ ਤੇਜ਼ ਕਰਦੇ ਹੋਏ ਕਿਹਾ। ਬੇਟਾ, ਤੁਸੀਂ ਵੀ ਨਾ ਭੁੱਲੋ ਕਿ ਤੁਹਾਡਾ ਪੇਕੇ ਘਰ ਦੀ ਹਾਲਤ ਕਿਹੋ ਜਿਹੀ ਹੈ। ਤੂੰ 10 ਦਿਨਾਂ ਤੋਂ ਜਿਵੇਂ ਜੀਆਂ ਹਰਕਤਾਂ ਇੱਥੇ ਕਰ ਰਹੀ ਹੈ, ਉਹ ਅਸੀਂ ਸਾਰਾ ਕੁਝ ਦੇਖ ਰਹੇ ਹਾਂ। ਤੈਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਗਲਤੀ ਪਰਨੀਤ ਦੀ ਨਹੀਂ ਹੈ, ਤੇਰੀ ਹੀ ਗਲਤੀ ਹੈ। ਇਸ ਵਾਰ ਨਵਨੀਤ ਦੇ ਪਿਓ ਨੇ ਆਪਣੀ ਧੀ ਨੂੰ ਸਮਝਾਉਂਦੇ ਹੋਏ ਕਿਹਾ। ਉਹ ਤੁਸੀਂ ਕੀ ਕਹੀ ਜਾ ਰਹੇ ਹੋ? ਨਵਨੀਤ ਦੀ ਮਾਂ ਨੇ ਉਸ ਦੇ ਪਿਓ ਨੂੰ ਥੋੜ੍ਹਾ ਗੁੱਸੇ ਵਿੱਚ ਬੋਲਦੇ ਹੋਏ ਚੁੱਪ ਕਰਾ ਦਿੱਤਾ। ਚੁੱਪ ਰਹਿ, ਤੂੰ ਇੱਕ ਸ਼ਬਦ ਨਹੀਂ ਬੋਲੇਂਗੀ ਹੁਣ। ਆਪਣੀ ਧੀ ਦਾ ਘਰ ਖਰਾਬ ਕਰਨ ਵਿੱਚ ਤੁਸੀਂ ਕੋਈ ਕਸਰ ਨਹੀਂ ਛੱਡੀ। ਆਪਣੀ ਧੀ ਦੇ ਖਰਚੇ ਵੇਖੇ ਹਨ? ਤੁਸੀਂ ਇਹ ਭੁੱਲ ਗਏ ਇਹ ਕਿੱਥੋਂ ਨਿਕਲ ਕੇ ਗਈ ਹੈ? ਇਸ ਦੇ ਸਹੁਰੇ ਘਰ ਦਾ ਇਸ ਟਾਈਮ ਬੁਰਾ ਵਕਤ ਚੱਲ ਰਿਹਾ ਹੈ। ਉਹ ਇਸ ਦੇ ਫਾਲਤੂ ਦੇ ਖਰਚੇ ਪੂਰੇ ਨਹੀਂ ਕਰ ਰਹੇ। ਇਸ ਨੂੰ ਆਪਣੇ ਸਹੁਰੇ ਪਰਿਵਾਰ ਦੇ ਬੁਰੇ ਵਕਤ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ। ਸਾਥ ਦੇਣਾ ਤਾਂ ਦੂਰ, ਇਹ ਉਹਨਾਂ ਨੂੰ ਛੱਡ ਕੇ ਹੀ ਚਲੀ ਆਈ। ਇਹ ਪੜ੍ਹੀ ਲਿਖੀ ਹੈ, ਅਨਪੜ੍ਹ ਥੋੜ੍ਹੀ ਹੈ ਜੋ ਸਿਰਫ ਮੰਗਣ ਲਈ ਹੀ ਹੱਥ ਫੈਲਾਵੇ। ਆਤਮ ਨਿਰਭਰ ਬਣੇ। ਕਿਸੇ ਨੇ ਨਾ ਕੀਤੀ ਹੈ? ਚਾਹੁੰਦੀ ਤਾਂ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ, ਪਰ ਨਹੀਂ। ਇਸ ਨੇ ਤਾਂ ਆਪਣੇ ਪਤੀ ਨੂੰ ATM ਕਾਰਡ ਹੀ ਸਮਝ ਰੱਖਿਆ ਹੈ। ਜਦੋਂ ਜੀ ਕੀਤਾ ਕੈਸ਼ ਕਰ ਲਈ। ਇਸ ਨਾਲੋਂ ਤਾਂ ਲੱਖ ਗੁਣਾ ਚੰਗੀ ਮੇਰੀ ਨੂੰਹ ਹੈ ਜੋ ਆਪਣੇ ਘਰ ਵਾਲੇ ਦੇ ਨਾਲ ਮੋਢਾ ਜੋੜ ਕੇ ਚੱਲਦੀ ਹੈ ਤੇ ਬਰਾਬਰ ਕੰਮ ਕਰਦੀ ਹੈ। ਇਸ ਨੂੰ ਕਹੋ ਕਿ ਅੱਜ ਹੀ ਆਪਣੇ ਸਹੁਰੇ ਘਰ ਚਲੀ ਜਾਏ, ਨਹੀਂ ਤਾਂ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਵੇ। ਇਸ ਦੇ ਖਰਚੇ ਅਸੀਂ ਨਹੀਂ ਹੁਣ ਚੁੱਕਣ ਵਾਲੇ। ਅਖੀਰ ਨਵਨੀਤ ਦੇ ਪਿਓ ਅੱਗੇ ਉਸ ਦੀ ਮਾਂ ਕੁਛ ਨਾ ਬੋਲੀ ਅਤੇ ਉਹਨਾਂ ਨੇ ਨਵਨੀਤ ਨੂੰ ਸਹੁਰੇ ਘਰ ਜਾਣ ਲਈ ਕਹਿ ਦਿੱਤਾ। ਨਵਨੀਤ ਨੂੰ ਵੀ ਹੁਣ ਸਮਝ ਆ ਗਈ ਸੀ ਕਿ ਉਸ ਦੇ ਨਖਰੇ ਸਿਰਫ ਉਸ ਦਾ ਘਰ ਵਾਲਾ ਹੀ ਚੁੱਕ ਸਕਦਾ ਹੈ, ਹੋਰ ਕੋਈ ਨਹੀਂ। ਆਖਰ ਉਹ ਵਾਪਸ ਆਪਣੇ ਸਹੁਰੇ ਘਰ ਆ ਗਈ ਤੇ ਉਹ ਹੁਣ ਆਪਣੇ ਘਰ ਵਾਲੇ ਦੇ ਨਾਲ ਸਮਝਦਾਰੀ ਨਾਲ ਚੱਲਣ ਲੱਗੀ। ਹਾਲਾਂਕਿ ਗਲਤੀਆਂ ਤਾਂ ਹੁਣ ਵੀ ਉਸ ਕੋਲੋਂ ਹੁੰਦੀਆਂ ਸਨ, ਪਰ ਉਹ ਆਪਣੇ ਪੇਕੇ ਸ਼ਿਕਾਇਤ ਕਰਨ ਦੀ ਥਾਂ ਆਪਣੀ ਸੱਸ ਚਰਨ ਕੌਰ ਨੂੰ ਪੁੱਛਣਾ ਜ਼ਿਆਦਾ ਪਸੰਦ ਕਰਦੀ ਸੀ। ਇਹ ਸੀ ਜੀ ਮੇਰੀ ਅੱਜ ਦੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।